जी आए ਨੂੰ प्यारे विद्यार्थियों 7th क्लास ਦੀ मैथ ਦੀ बुक ਦਾ ਚੈप्टर नंबर 5 ਲਾਈਨਸ ਐਂਡ ਐਂਗਲਸ ਉਸ ਦੀ ਪਹਿਲੀ ਐਕਸਰਸਾਈਜ਼ 5.1 ਦੇ ਪਹਿਲੇ 6 ਕੁਐਸਚਨਸ 1 to 6 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਤੇ ਸਾਰੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਵੀਡੀਓ ਦੇਖ ਕੇ, ਤੇ ਜੋ ਮੈਂ ਐਕਸਪਲੇਨੇਸ਼ਨ ਕਰਾਂਗਾ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ, ਪਰ ਬਾਅਦ ਵਿੱਚੋਂ ਸਾਰੇ ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪ ਕਰਨ ਦੀ ਪ੍ਰੈਕਟਿਸ ਕਰਨੀ ਹੈ, ਅਭਿਆਸ ਕਰਨਾ ਹੈ। ਠੀਕ ਹੈ, ਸੋ ਆਓ ਸ਼ੁਰੂ ਕਰੀਏ। ਸੋ ਇਹਨਾਂ ਵਿੱਚ ਤਸਵੀਰਾਂ ਦਿੱਤੀਆਂ ਐਂਗਲਸ ਦੀਆਂ, ਤੇ ਅਸੀਂ ਨੋਟਸ ਵਿੱਚ ਕਰ ਵੀ ਚੁੱਕੇ ਹਾਂ। ਐਕਿਊਟ ਐਂਗਲ, ਓਬਟਿਊਜ਼ ਐਂਗਲ, ਰਾਈਟ ਐਂਗਲ ਸਾਰੇ ਕੀਤੇ ਨੇ। ਸੋ ਅਸੀਂ ਪਛਾਣ ਕਰਨੀ ਹੈ। ਕਹਿੰਦੇ ਨੇਮ ਈਚ ਆਫ ਦੀ ਫੋਲੋਇੰਗ ਐਜ਼ ਐਕਿਊਟ, ਓਬਟਿਊਜ਼, ਰਾਈਟ, ਸਟ੍ਰੇਟ ਔਰ ਰਿਫਲੈਕਸ ਐਂਗਲ। ਮਤਲਬ ਤਸਵੀਰਾਂ ਦਿੱਤੀਆਂ ਤੇ ਇਹਨਾਂ ਦੇ ਨਾਂ ਲਿਖਣੇ ਨੇ ਵੀ ਕਿਹੜੇ ਐਂਗਲ ਨੇ। ਸੋ ਬੱਚੋ ਪਾर्ट 1 ਹੈਗਾ, ਇਸ ਤਰ੍ਹਾਂ ਡਰਾ ਕੀਤਾ ਹੋਇਆ ਹੈ। ਦੇਖੋ ਸਾਫ਼ ਪਤਾ ਲੱਗਦਾ ਕਿ ਦਿਸ ਲਾਈਨ ਐਂਡ ਥੀਸ ਟੂ ਲਾਈਨ ਆਰ ਪਰਪੈਂਡੀਕੂਲਰ ਟੂ ਈਚ ਅਦਰ। ਤੇ ਪਰਪੈਂਡੀਕੂਲਰ ਹੋਣ ਤੇ ਐਂਗਲ ਕਿਹੜਾ ਹੁੰਦਾ, ਜਦੋਂ ਇਦਾਂ ਇਸਦਾ ਬਣਾਇਆ ਜਾਂਦਾ ਰੈਕਟੈਂਗਲ ਜਾਂ ਸਕੁਅਰ ਬਣਾ ਜਾਂਦਾ ਹੈ ਤੇ ਇਹਨੂੰ ਕਿਹਾ ਜਾਂਦਾ ਰਾਈਟ ਐਂਗਲ, 90 ਡਿਗਰੀ ਹੈਗਾ। ਸੋ ਹੈਗਾ ਰਾਈਟ ਐਂਗਲ। ਠੀਕ ਹੈ, ਹੁਣ ਇਹ ਦੇਖੋ ਸਾਫ਼ ਪਤਾ ਲੱਗਦਾ ਕਿ ਦਿਸ ਐਂਗਲ ਇਜ਼ ਗ੍ਰੇਟਰ ਦੈਨ 90 ਡਿਗਰੀ। ਇਹ ਇੱਥੇ ਤੱਕ 90 ਡਿਗਰੀ ਹੁੰਦਾ ਤੇ ਇਹ ਤੋਂ ਅੱਗੇ ਚਲਾ ਗਿਆ। ਸੋ ਦਿਸ ਕਰਵ ਇਜ਼ ਲਾਈਕ ਗੋਇੰਗ ਲਾਈਕ ਦਿਸ, ਗੋਇੰਗ ਬਿਯੋਂਡ 90, 90 ਤੋਂ ਜ਼ਿਆਦਾ ਹੈਗਾ। ਸੋ ਸਾਨੂੰ ਪਤਾ ਹੈ ਕਿ ਐਨੀ ਐਂਗਲ ਵਿਚ ਇਜ਼ ਗ੍ਰੇਟਰ ਦੈਨ 90 ਡਿਗਰੀ and less than 180 degree is known as obtuse angle. So ਇਹ ਹੋ ਗਿਆ obtuse angle। ਹੁਣ ਆ ਗਿਆ ਪਾर्ट 3। ਇਹ ਤੇ ਵਿੱਚੋਂ ਸਾਫ਼ ਪਤਾ ਲੱਗਦਾ ਹੈ straight line means straight angle। ਸੋ ਇਹ straight angle ਹੈ। ਅਸੀਂ ਜਾਣਦੇ ਹਾਂ ਕਿ when the two rays of an angle form a straight line then the angle formed is straight angle, it is equal to 180 degree। ਸੋ ਇਹ 180 degree ਹੈਗਾ, ਇਹ straight line ਹੈਗੀ ਹੈ, ਐਂਗਲ ਫਾਰਮ ਹੋਇਆ ਤੇ straight angle। ਠੀਕ ਹੈ, ਤੇ ਪਾर्ट 4 ਹੈਗਾ ਬੱਚਿਓ। ਸਾਨੂੰ ਪਤਾ ਹੈ ਕਿ ਰਿਫਲੈਕਸ ਐਂਗਲ ਇਜ਼ ਆਲਵੇਜ਼ ਗ੍ਰੇਟਰ ਦੈਨ 180 ਡਿਗਰੀ। ਇਹ ਤੋਂ ਵੀ ਜ਼ਿਆਦਾ ਅੱਗੇ ਹੈ, ਇੱਥੇ ਲਾਈਨ ਇੱਦਾਂ ਘੁੰਮ ਜਾਏ, ਉਹ ਇਸ ਤਰ੍ਹਾਂ ਘੁੰਮ ਜਾਏ ਤੇ ਇਹ 180 ਤੋਂ ਜ਼ਿਆਦਾ ਹੋ ਜਾਏ। ਦੇਖੋ ਇੱਥੇ ਤੱਕ 180 ਬਣਦਾ ਹੈ, ਜੇ ਮੈਂ ਲਾਈਨ ਨੂੰ ਇੱਦਾਂ ਐਕਸਟੈਂਡ ਕਰਾਂ ਐਵਲੀ ਨੂੰ, ਇੱਥੇ ਤੱਕ ਬਣਿਆ 180 ਤੇ 180 ਤੋਂ ਹੋਰ ਅੱਗੇ ਚਲਾ ਗਿਆ। ਠੀਕ ਹੈ, ਸੋ ਇਹ ਕੀ ਹੋ ਗਿਆ ਬੱਚਿਓ, ਦਿਸ ਐਂਗਲ ਇਜ਼ reflex angle। reflex angle is always greater than 180 degree and less than 360 degree। ਸੋ ਹੈਗਾ ਰਿਫਲੈਕਸ ਐਂਗਲ। ਠੀਕ ਹੈ, ਬੜਾ ਆਸਾਨ ਹੈ ਬੱਚਿਓ, ਇਹਦੇ ਨੋਟਸ ਵਿੱਚ ਸਾਰਾ ਕਰਾਇਆ ਤੁਹਾਨੂੰ। ਹੁਣ ਆ ਗਿਆ ਬੱਚਿਓ, ਇਹ ਦੇਖੋ ਫਿਰ ਇਹ ਥੋੜਾ ਉਲਟੀ ਡਾਇਰੈਕਸ਼ਨ ਦੇ ਦਿੱਤੀ ਹੈ। ਇੱਥੋਂ ਦੀ ਆ ਕੇ ਦੇਖੋ ਇਹ ਸਾਫ਼ ਪਤਾ ਲੱਗਦਾ ਕਿ ਜੇ ਮੈਂ ਇੱਥੇ ਕਰਾਂ ਲਾਈਨ ਇੱਦਾਂ ਸਟ੍ਰੇਟ ਕਰਾਂ ਇਹਦੇ ਪਰਪੈਂਡੀਕੂਲਰ, ਫਿਰ ਹੋ ਜਾਏਗਾ 90 ਡਿਗਰੀ, ਪਰ ਇਹ ਇੱਥੇ 90 ਡਿਗਰੀ ਤੋਂ ਇਹ ਅੱਗੇ ਜਾ ਰਿਹਾ। ਸੋ ਦਿਸ ਇਜ਼ ਮੋਰ ਦੈਨ 90 ਡਿਗਰੀ। ਸੋ ਇਹ ਹੋ ਗਿਆ ਓਬਟਿਊਜ਼ ਐਂਗਲ। ਇਹ ਤੇ ਬੱਚੋ ਦੇਖ ਕੇ ਸਾਫ਼ ਪਤਾ ਲੱਗਦਾ ਕਿ ਇਟ ਇਜ਼ ਲੈਸ ਦੈਨ 90 ਡਿਗਰੀ, ਹੈ ਨਾ। ਜਿਵੇਂ ਇੱਥੇ ਤਾਂ ਇੱਦਾਂ ਕਰਾਂ ਪਰਪੈਂਡੀਕੂਲਰ, ਫਿਰ ਇੱਥੇ ਤੱਕ ਬਣੇਗਾ 90 ਡਿਗਰੀ, ਇੱਥੇ ਤੱਕ 90 ਡਿਗਰੀ ਬਣੇਗਾ, ਪਰ ਇਹ ਤੇ ਉਹ ਤੋਂ ਘੱਟ ਹੈਗਾ, ਇੱਥੇ ਹੀ ਹੈਗਾ। ਠੀਕ ਹੈ ਨਾ। ਸੋ ਦਿਸ ਐਂਗਲ ਇਜ਼ ਲੈਸ ਦੈਨ 90 ਡਿਗਰੀ, ਮੋਰ ਦੈਨ 0 ਡਿਗਰੀ, ਸੋ ਇਟਸ ਐਨ ਐਕਿਊਟ ਐਂਗਲ। ਸੋ ਇਹ ਤੇ ਬੱਚੋ ਬੜਾ ਹੀ ਆਸਾਨ ਹੈ। ਸੋ ਐਕਿਊਟ ਹੋ ਗਿਆ, ਓਬਟਿਊਜ਼ ਹੋ ਗਿਆ, ਅਸੀਂ ਪਹਿਲੇ ਵੀ ਕਰ ਲਏ। ਸੋ ਇਹਦੀ ਤੁਸੀਂ ਅੱਛੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਹੈ। ਠੀਕ ਹੈ, ਨੋਟਸ ਵਿੱਚ ਇਹ ਸਾਰੀ ਗੱਲ ਬੜੇ ਡਿਟੇਲ ਵਿੱਚ ਸਮਝਾਈ ਗਈ ਹੈ। ਹੁਣ ਆ ਗਿਆ ਬੱਚਿਓ ਕੁਐਸਚਨ ਨੰਬਰ 2, ਰਾਈਟ ਦੀ ਕੰਪਲੀਮੈਂਟ ਆਫ ਈਚ ਆਫ ਦੀ ਫੋਲੋਇੰਗ ਐਂਗਲਸ। ਹੇਠ ਲਿਖੇ ਸਾਰੇ ਜਿੰਨੇ ਕੋਣ ਨੇ, ਐਂਗਲ ਨੇ, ਉਹਨਾਂ ਦੇ ਕੰਪਲੀਮੈਂਟ ਲਿਖੋ। ਤੇ ਬੱਚੇ ਸਾਨੂੰ ਪਹਿਲੇ ਪਤਾ ਹੋਣਾ ਚਾਹੀਦਾ ਹੈ, ਸਟੈਂਡਰਡ ਪਹਿਲੇ ਲਿਖ ਲੈਣਾ ਇਸ ਤਰ੍ਹਾਂ, ਕੰਪਲੀਮੈਂਟ ਆਫ ਐਨ ਐਂਗਲ ਇਜ਼ ਇਕੁਅਲ ਟੂ 90 ਡਿਗਰੀ ਮਾਈਨਸ ਦੀ ਐਂਗਲ। ਦੀ ਐਂਗਲ ਮੈਨੇ ਜਿਹੜਾ ਐਂਗਲ ਦਿੱਤਾ ਹੋਇਆ ਹੈ ਉਹਨੂੰ 90 ਡਿਗਰੀ ਚੋਂ ਘਟਾ ਦੋਗੇ ਤੇ ਸਾਡਾ ਜੋ ਜਵਾਬ ਆਏਗਾ ਉਹ ਉਸ ਐਂਗਲ ਦਾ ਕੰਪਲੀਮੈਂਟ ਹੋਏਗਾ। ਸੋ ਕੰਪਲੀਮੈਂਟ ਆਫ ਐਨ ਐਂਗਲ, ਕਿਸੇ ਵੀ ਐਂਗਲ ਦਾ ਕੰਪਲੀਮੈਂਟ ਜਿਹੜਾ ਹੁੰਦਾ ਹੈ ਉਹ 90 ਡਿਗਰੀ ਮਾਈਨਸ ਦੀ ਐਂਗਲ, 90 ਡਿਗਰੀ ਵਿੱਚੋਂ ਐਂਗਲ ਘਟਾ ਦਵੋ। ਸੋ ਬੜਾ ਆਸਾਨ ਹੈ ਬੱਚਿਓ। ਪਾर्ट 1 ਕੰਪਲੀਮੈਂਟ ਆਫ 53 ਡਿਗਰੀ ਇਜ਼ ਇਕੁਅਲ ਟੂ 90 ਮਾਈਨਸ 53 ਡਿਗਰੀ। ਸੋ 3 10 ਚੋਂ 3 ਗਿਆ 7, ਇੱਥੇ 9 ਚੋਂ ਹੱਸ ਲਿਆ ਸੀ 8 ਰਹਿ ਗਿਆ, 8 ਚੋਂ 5 ਗਿਆ 3, 37 ਡਿਗਰੀ ਆ ਗਿਆ 37 ਡਿਗਰੀ। ਸੋ ਕੰਪਲੀਮੈਂਟ ਆਫ 90 ਡਿਗਰੀ ਇਜ਼ ਇਕੁਅਲ ਟੂ 90 ਮਾਈਨਸ 90। ਸੋ 90 ਚੋਂ 90 ਤੇ 0 ਹੁੰਦਾ ਹੈ, ਸੋ 0 ਡਿਗਰੀ। ਠੀਕ ਹੈ ਜੀ। ਫਿਰ ਆਇਆ ਕੰਪਲੀਮੈਂਟ ਆਫ 85 ਡਿਗਰੀ इज इक्वल 90 माइनस 85 डिग्री। सो 90 जो 85 गया 5, सो 5 डिग्री। ये तो बड़ा ही आसान है बच्चों, है ना। अगे देखिए हुण बच्चों थोड़ा इन्होंने डिफिकल्ट कर दिता है। देखो हुण इन्होंने फ्रैक्शंस लैन दे, जिहड़े फ्रैक्शंस जी पहले क्लास मतलब कि पहले चैप्टर पढ़े ना, चैप्टर नंबर 2 पढ़े ने फ्रैक्शंस एंड डेसिमल्स। हुण उहनूं इहदे विच फसा दिता इन्होंने। हुण जे असीं फ्रैक्शंस दे सवाल अगर ठीक तरह नहीं कीते फिर असीं इस सवाल विच अटक जावांगे। देखो ये किद्दां करना है, कहंदे 4/9 ऑफ अ राइट एंगल दा पहले वो कंप्लीमेंट कड्डो। सो पहले असीं इहनूं सिंपलीफाई करांगे। पहले 4/9 ऑफ राइट एंगल नूं असीं पहले
ਨੋਰਮਲ ਡਿਗਰੀਜ਼ ਵਿੱਚ ਕਨਵਰਟ ਕਰਾਂਗੇ। ਤੁਹਾਨੂੰ ਪਤਾ ਆਫ ਦਾ ਮਤਲਬ ਹੁੰਦਾ ਮਲਟੀਪਲਾਈ ਤੇ ਰਾਈਟ ਐਂਗਲ ਦਾ ਮਤਲਬ ਹੁੰਦਾ 90 ਡਿਗਰੀ। ਹੁਣ ਸਾਨੂੰ ਪਤਾ ਹੋਣਾ ਚਾਹੀਦਾ ਆਫ ਦਾ ਮਤਲਬ ਮਲਟੀਪਲਾਈ ਤੇ ਰਾਈਟ ਐਂਗਲ ਦਾ ਮਤਲਬ 90 ਡਿਗਰੀ। ਸੋ ਦਿਸ ਇਜ਼ ਇਕੁਅਲ ਟੂ 4/9 ਇਨਟੂ 90 ਡਿਗਰੀ। ਹੁਣ ਸਾਨੂੰ ਫ੍ਰੈਕਸ਼ਨ ਦਾ ਪਤਾ ਹੈ ਬੱਚਿਓ, ਫ੍ਰੈਕਸ਼ਨ ਨੂੰ ਜਦ ਹੋਲ ਨੰਬਰ ਨਾਲ ਮਲਟੀਪਲਾਈ ਕਰੀਦਾ ਕੀ ਹੁੰਦਾ ਹੈ 9 1 ਦਾ 9, 0 ਦਾ 0 ਆ ਗਿਆ, ਸੋ 4 into 10 ਆ ਗਿਆ। ਸੋ 4 into 10 is equal to 40 ਡਿਗਰੀ। ਇਹਦਾ ਮਤਲਬ ਇਹ ਹੋਇਆ ਬੱਚਿਓ ਕਿ 4/9 of a right angle is equal to 40 ਡਿਗਰੀ। ਪਹਿਲੇ ਅਸੀਂ ਇਸ ਤਰ੍ਹਾਂ ਕਰਨਾ ਹੈ। ਹੁਣ ਇਹਦਾ ਮਤਲਬ ਕੀ ਹੋਇਆ ਕਿ ਕਹਿੰਦੇ ਇਹਦਾ ਕੰਪਲੀਮੈਂਟ ਕੱਢਣ ਦਾ ਮਤਲਬ ਹੈ ਕਿ 40 ਡਿਗਰੀ ਦਾ ਕੰਪਲੀਮੈਂਟ ਕੱਢੋ। ਸੋ ਇਹਦਾ ਮਤਲਬ ਹੈ ਕੰਪਲੀਮੈਂਟ ਆਫ 40 ਡਿਗਰੀ is equal to 90 minus 40। ਸੋ 0 ਚੋਂ ਗਿਆ 0, 9 ਚੋਂ 4 ਗਿਆ 5 is equal to 50 ਡਿਗਰੀ। ਇਸ ਤਰ੍ਹਾਂ ਆਏਗਾ। ਫਿਰ ਆ ਗਿਆ ਕੰਪਲੀਮੈਂਟ ਆਫ 0 ਡਿਗਰੀ। बस असी फॉर्मूला असी 0 और 90 तो घबराना नहीं देखे। सो कॉम्प्लीमेंट ऑफ 0 डिग्री इज इक्वल टू 90 माइनस 0। सो 90 माइनस 0 कितना होता है 90 होता है, इज इक्वल टू 90 डिग्री। बस सो सिंपल आ गया आंसर, है ना। आगे चलिए, ਹੁਣ आ गया क्वेश्चन नंबर 3। राइट दी सप्लीमेंट ऑफ ईच ऑफ द फॉलोइंग एंगल। सेम बच्चों वो कॉम्प्लीमेंट सीगा, ਇਹ सप्लीमेंट हैगा। कॉम्प्लीमेंट ਵਿੱਚ ਹੁੰਦਾ ਹੈ सम 90 डिग्री ਤੇ सप्लीमेंट ਵਿੱਚ सम ਹੁੰਦਾ है 180 डिग्री। सो सिंपल। सो आओ इदा पहले लिख लेना सप्लीमेंट ऑफ एन एंगल इज इक्वल टू 180 डिग्री माइनस दी एंगल। है फॉर्मूला। सो पार्ट 1 सप्लीमेंट ऑफ 55 डिग्री इज इक्वल टू 180 माइनस 55। सो 10 चो 5 गया 5, इतने 7 रह गया, 7 चो 5 गया 2 ते 1। सो 125 डिग्री। सो सिंपल माइनस करना है बस। सप्लीमेंट ऑफ 105 डिग्री इज इक्वल टू 180 माइनस 5। 10 चो 5 गया 5, इतने 7 रह गया, 7 चो 0 गया 7 ते 1 चो 1 गया 0। सो 75 डिग्री। माइनस का सवाल है बड़ा आसान है ना बच्चों। सो सप्लीमेंट ऑफ 100 डिग्री इक्वल टू 180 माइनस 100। सो 180 चो 100 का सीधे ही 80 आ गया, तो बड़ा आसान है 80 डिग्री आंसर आ गया। सो सिंपल। आगे देखिए हूँ देखो यह थोड़ा फिर फ्रैक्शन वाला आ गया। पार्ट 4 है 2/3 ऑफ अ राइट एंगल, तो पार्ट 5 है 1/3 ऑफ 270 डिग्री। आओ देखिए। सो आओ पार्ट 4 करिए पहले। 2/3 ऑफ अ राइट एंगल। राइट एंगल मतलब 90 डिग्री। ऑफ मैंने मल्टीप्लाई। सो 2/3 ऑफ राइट एंगल इज इक्वल टू 2/3 ऑफ दा हो गया इंटू राइट दा एंगल हो गया 90 डिग्री। सो 3 1 दा 3, 3 3 दा 9 0, तो इतने 30 डिग्री आ जाएगा, है ना, क्योंकि 30 इंटू 3 इज 90। 3 निकम 3 कट गया, तो 3 3 9 0। सो आएगा 2 इंटू 30 60 डिग्री। हूँ यह मतलब होया कि 2/3 ऑफ राइट एंगल इज इक्वल टू 60 डिग्री, अर्थात अभी 60 डिग्री का सप्लीमेंट कटना है। तो सप्लीमेंट का फॉर्मूला सानू पता है, सप्लीमेंट ऑफ 60 डिग्री इज इक्वल टू 180 माइनस 60, जिन्ना एंगल घटा दो। सो 0 चो 0 गया 0, 8 चो 6 गया 2, तो 1 1 आ गया 120 डिग्री आ गया आंसर। हूँ एक फिर वही सवाल आ गया 1/3 ऑफ 270 डिग्री। सो 1/3 ऑफ का मतलब मल्टीप्लाई। सो 1/3 इंटू 270, 3 1 दा 3, 3 9 दा 27, 0 दा 0। सो आएगा 90। 3 27 तो 90 आ गया ना। 270 में 3 भाग करके 90 आ गया। इतने 1 है 1 इंटू 90 इज 90। सो सप्लीमेंट ऑफ 90 इज 180 माइनस 90। सो 180 माइनस 90 इज 90। आंसर आ गया। कितना आसान है, सो सिंपल, है ना। आगे चलिए। हूँ आ गया बच्चों कहते आइडेंटिफाई द फॉलोइंग पेयर्स ऑफ एंगल्स एज कॉम्प्लीमेंट्री और सप्लीमेंट्री। बच्चे जोड़े दिते हैं, जोड़े पेयर्स आर गिवन पेयर्स। कहते पता करो कि इन्हां विचों किहड़ा पेयर कॉम्प्लीमेंट्री पेयर है तो किहड़ा पेयर सप्लीमेंट्री पेयर है। यह तो बड़ा ही आसान है, दोनों नूं जोड़ दो। जे जोड़ के आंसर आए 90 डिग्री दे आर कॉम्प्लीमेंट्री, जे जोड़ के आंसर आए 180 आंसर इज सप्लीमेंट्री। लो जी जोड़ दें। पार्ट 1 65 जमा 115 जो जोड़िया आंसर आया 180, 10 दी पेयर इज सप्लीमेंट्री। सो सिंपल। फिर 112 जमा 68 फिर आ गया 180, 10 दी पेयर इज सप्लीमेंट्री। कितना आसान है। आगे चलिए। फिर आ गया पार्ट 3 63 + 27 90 होता है। देखो 7 और 3 10, 2 और 1 3 और 6 9 90, 10 दी पेयर इज कॉम्प्लीमेंट्री। फिर 45 जमा 45 45 45 90 90 डिग्री, 10 दी पेयर इज कॉम्प्लीमेंट्री। कमाल है, बड़ा आसान है। आओ लास्ट पार्ट करिए। पार्ट 5 130 एंड 50। सो 130 + 50 कितना हो गया 0 0 0, 5 और 3 8 1 180, 10 दी पेयर इज सप्लीमेंट्री। तो इतना नोट भी लिख देता है ਤੁਹਾਡੇ ਲਈ। इफ द सम ऑफ टू एंगल्स इज 90 डिग्री then the pair is complementary. If the sum of given angles is 180 डिग्री then the pair is supplementary। ਇਹ ਸਾਰੀਆਂ ਗੱਲਾਂ ਬੱਚਿਓ ਅਸੀਂ ਨੋਟਸ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ। ਤਾਂ ਹੀ ਮੈਂ ਕਿਹਾ ਸੀ ਜੇ ਨੋਟਸ ਨੂੰ ਡੈਫੀਨੇਸ਼ਨਸ ਨੂੰ ਚੰਗੀ ਤਰ੍ਹਾਂ ਸੁਣ ਲੋਗੇ, ਸਮਝ ਲੋਗੇ
ਤੇ ਸਵਾਲ ਬੜੇ ਹੀ ਆਸਾਨ ਹੋਣਗੇ। ਆਓ ਅੱਗੇ ਦੇਖੀਏ। ਕੁਐਸਚਨ ਨੰਬਰ 5, two complementary angles are in the ratio 4:5, find the angles। ਬੱਚੋ ਜਦੋਂ ਵੀ ਇਦਾਂ ਹੋਵੇ ਨਾ, ਰੇਸ਼ੋ ਦਿੱਤਾ ਹੋਵੇ, ਤੇ ਉਹ ਜਿਹੜੀ ਗੱਲ ਹੁੰਦੀ ਉਹਨੂੰ ਮੰਨ ਲਓ 4x ਐਂਡ 5x, ਜੋ ਰੇਸ਼ੋ ਦਿੱਤਾ ਉਸੇ ਰੇਸ਼ੋ ਨੂੰ x ਨਾਲ ਮਲਟੀਪਲਾਈ ਕਰ ਲਓ। ਸੋ ਇਹ ਹੈਗਾ ਟੂ ਕੰਪਲੀਮੈਂਟਰੀ ਐਂਗਲਸ ਆਰ ਇਨ ਦੀ ਰੇਸ਼ੋ ਦਿਸ। ਤੈਨੂੰ ਇਦਾਂ ਕਰਨਾ, ਲੈਟ ਦੀ ਟੂ ਐਂਗਲਸ ਵੀ 4x ਐਂਡ 5x। ਜੋ ਰੇਸ਼ੋ ਇੱਥੇ ਦਿੱਤਾ ਉਹ ਇਦਾਂ ਕਰ ਦੇਣਾ 4x ਐਂਡ 5x। ਤੇ ਐਂਗਲ ਕਿਹੜੇ ਨੇ? ਕੰਪਲੀਮੈਂਟਰੀ। ਤੇ ਕੰਪਲੀਮੈਂਟਰੀ ਐਂਗਲ ਦਾ ਜੋੜ ਕੀ ਹੁੰਦਾ? 90 ਡਿਗਰੀ। ਆਓ ਦੇਖੀਏ, ਮੈਂ ਇੱਥੇ ਲਿਖ ਵੀ ਦਿੱਤਾ ਹੈ, ਸਮ ਆਫ ਟੂ ਕੰਪਲੀਮੈਂਟਰੀ ਐਂਗਲਸ ਇਜ਼ ਇਕੁਅਲ ਟੂ 90 ਡਿਗਰੀ। ਇਹ ਸਾਨੂੰ ਚੇਤਾ ਹੋਣਾ ਚਾਹੀਦਾ, ਹਮੇਸ਼ਾ ਇਦਾਂ ਲਿਖਣਾ। ਸੋ ਦੋ ਐਂਗਲ ਕਿਹੜੇ ਨੇ? 4x ਔਰ 5x। ਜੋੜ ਹੈਗਾ 90 ਡਿਗਰੀ। ਇਹਦਾ ਮਤਲਬ ਕੀ ਹੋਇਆ? 10 4x ਜਮਾ 5x ਇਜ਼ ਇਕੁਅਲ ਟੂ 90 ਡਿਗਰੀ। 4 ਔਰ 5 9 x, 4x ਤੇ 5x ਕਿੰਨਾ ਹੋ ਜਾਏਗਾ? 9x। 9x ਇਜ਼ ਇਕੁਅਲ ਟੂ 90 ਡਿਗਰੀ। ਹੁਣ ਬੱਚਿਓ ਦੇਖੋ, ਇਹ ਸਵਾਲ ਕਿਹੜਾ ਬਣ ਗਿਆ? ਇਹ ਜੋ ਅਸੀਂ ਚੈਪਟਰ 4 ਚ ਪੜ੍ਹਿਆ ਸਿੰਪਲ ਇਕੁਏਸ਼ਨਸ ਟਰਾਂਸਪੋਜ਼ਿੰਗ। ਉਹ ਦੇਖੋ 9 ਜਿਹੜਾ ਹੈ x ਨਾਲ ਮਲਟੀਪਲਾਈ ਹੋ ਰਿਹਾ, ਤੇ ਅਸੀਂ ਜਿਹੜੇ 9 ਨੂੰ ਇੱਥੇ ਲੈ ਕੇ ਜਾਵਾਂਗੇ ਰਾਈਟ ਹੈਂਡ ਸਾਈਡ ਤੇ, ਲੈਫਟ ਹੈਂਡ ਸਾਈਡ ਤੋਂ, ਸੋ ਮਲਟੀਪਲੀਕੇਸ਼ਨ ਦਾ ਬਣ ਜਾਏਗਾ ਡਿਵੀਜ਼ਨ। ਇਹ 90/9 ਹੋ ਜਾਏਗਾ। ਦੇਖੋ x ਨੂੰ ਅਲੱਗ ਕਰਨਾ ਆਪਾਂ, ਸੋ x ਇਜ਼ ਇਕੁਅਲ ਟੂ 90 ਤੇ 9 ਇੱਥੇ ਗੁਣਾ ਹੋ ਰਿਹਾ, ਇੱਥੇ ਆ ਕੇ ਡਿਵਾਈਡ ਹੋ ਜਾਏਗਾ। ਸੋ 90/9, ਸੋ 9 × 9, 9 × 9, 9 0 0 10। x ਆ ਗਿਆ 10। ਸਾਡੇ ਕੋਲ ਇੱਕ ਐਂਗਲ ਹੈਗਾ 4x, ਦੂਜਾ ਐਂਗਲ ਹੈਗਾ 5x। 10 1 ਐਂਗਲ ਇਜ਼ ਇਕੁਅਲ ਟੂ 4x, ਠੀਕ ਹੈ, ਤੇ x ਕਿੰਨਾ ਹੈ? 10। ਸੋ 4 × 10, 4 × 10 40 ਡਿਗਰੀ। ਸੋ 1 ਐਂਗਲ ਇਜ਼ 40 ਡਿਗਰੀ ਐਂਡ ਦੀ ਅਦਰ ਐਂਗਲ ਇਜ਼ ਇਕੁਅਲ ਟੂ 5x, 5x ਹੈਗਾ। ਸੋ 5 × 10 ਇਜ਼ ਇਕੁਅਲ ਟੂ 50 ਡਿਗਰੀ। 5 × 10 50 ਹੋ ਗਿਆ, 50 ਡਿਗਰੀ। ਆਂਸਰ ਆ ਗਿਆ। ਕਿੰਨਾ ਸੌਖਾ, ਕਿੰਨਾ ਆਸਾਨ। ਪਰ ਬੱਚਿਓ ਇਸ ਸਵਾਲ ਨੂੰ 2-3 ਵਾਰ ਆਪ ਕਰ ਲਿਓ, ਕਿਉਂਕਿ ਇਹ ਨਵੀਂ ਚੀਜ਼ ਹੈ। ਇਹ ਰੇਸ਼ੋ ਵਾਲੀ ਤੇ 4x ਔਰ 5x ਕਰਨ ਵਾਲੀ, ਇਹਨੂੰ ਜਦੋਂ 2-3 ਵਾਰ ਕਰੋਗੇ ਤੇ ਪੱਕਾ ਦਿਮਾਗ ਵਿੱਚ ਬੈਠ ਜਾਏਗਾ। ਠੀਕ ਹੈ, ਅੱਗੇ ਕਰੀਏ। ਇਸ ਵੀਡੀਓ ਦਾ ਆਖਰੀ ਸਵਾਲ, ਐਕਸਰਸਾਈਜ਼ ਦਾ ਨਹੀਂ, ਇਸ ਵੀਡੀਓ ਦਾ। ਬਾਕੀ ਐਕਸਰਸਾਈਜ਼ ਦੇ ਸਵਾਲ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਕਹਿੰਦੇ ਟੂ ਸਪਲੀਮੈਂਟਰੀ ਐਂਗਲਸ ਆਰ ਇਨ ਦੀ ਰੇਸ਼ੋ ਆਫ 5:13, ਫਾਈਂਡ ਦੀ ਐਂਗਲਸ। ਲੈ ਜਾ, ਇਹ ਤੇ ਬੱਚਿਓ ਬਿਲਕੁਲ ਕੰਪਲੀਮੈਂਟਰੀ ਵਾਲਾ ਸਵਾਲ ਜਿਹੜਾ ਉਹਨੇ ਕੀਤਾ ਨਾ 5th, ਬਿਲਕੁਲ ਉਹਦੇ ਵਰਗਾ। ਬਸ ਉਹ ਕੰਪਲੀਮੈਂਟਰੀ ਸੀ, ਇੱਥੇ ਸਪਲੀਮੈਂਟਰੀ ਹੈ। ਉੱਥੇ ਜੋੜ 90 ਡਿਗਰੀ ਸੀ, ਇੱਥੇ ਜੋੜ ਅਸੀਂ 180 ਡਿਗਰੀ ਕਰ ਦਿੰਦੇ ਹਾਂ। ਤੇ ਸਾਨੂੰ ਇਹ ਤੇ ਪਤਾ ਹੀ ਹੈ, ਜਿਹੜੇ ਰੇਸ਼ੋ ਹੈਗੇ ਨੇ ਉਹਨਾਂ x ਗੁਣਾ ਕਰ ਦਿਓ, 5x ਤੇ 13x। ਇਹ ਤੇ ਸਾਨੂੰ ਪਤਾ ਹੀ ਹੈ, ਪਤਾ ਲੱਗ ਚੁੱਕਾ ਹੈ। ਪੰਜਵੇਂ ਸਵਾਲ 'ਚ ਅਸੀਂ ਕੀਤਾ ਹੋਣੀ। ਸੋ ਲੈਟ ਦੀ ਟੂ ਐਂਗਲਸ ਵੀ 5x ਐਂਡ 13x। 5 ਤੋਂ 5x, 13 ਤੋਂ 13x। ਫਿਰ ਅਸੀਂ ਕਿਹਾ ਇਹ ਸਪਲੀਮੈਂਟਰੀ ਹੈ। ਸਾਨੂੰ ਪਤਾ ਹੈ ਕਿ ਸਮ ਆਫ ਟੂ ਸਪਲੀਮੈਂਟਰੀ ਐਂਗਲਸ ਇਜ਼ ਇਕੁਅਲ ਟੂ 180 ਡਿਗਰੀ। ਇਹ ਤੇ ਸਾਨੂੰ ਪਤਾ ਹੋਣਾ ਚਾਹੀਦਾ ਔਰ ਸਾਨੂੰ ਪਤਾ ਵੀ ਹੈ। ਇਹਦਾ ਮਤਲਬ ਕੀ ਹੋਇਆ? ਦੋ ਐਂਗਲ ਕਿਹੜੇ ਨੇ? 5x ਔਰ 13x, ਤੇ ਸਮ ਹੈਗਾ तो इसका जोड़ दिता 10 5x जमा 13x इज इक्वल टू 180 डिग्री। ਹੁਣ 5 और 13 कितना होता है? 18। सो 5x और 13x कितना हो जाएगा? 18x और 18x इज इक्वल टू 180 डिग्री। फिर इक्वेशन बन गई 18x ਨਾਲ ਮਲਟੀਪਲਾਈ ਹੋ ਰਿਹਾ, ਅਸੀਂ x ਨੂੰ ਅਲੱਗ ਕਰਨਾ ਹੈ। ਜਿਹੜੇ 18 ਨੂੰ ਸੱਜੇ ਪਾਸੇ ਲੈ ਕੇ ਜਾਵਾਂਗੇ ਲੈਫਟ ਹੈਂਡ ਸਾਈਡ ਤੋਂ ਰਾਈਟ ਹੈਂਡ ਸਾਈਡ ਤੇ, ਸੋ ਮਲਟੀਪਲੀਕੇਸ਼ਨ ਬਣ ਜਾਏਗੀ ਡਿਵੀਜ਼ਨ। ਸੋ ਇਹ ਬਣ ਜਾਏਗਾ 180/18। ਸੋ x ਇਜ਼ ਇਕੁਅਲ ਟੂ 180/18। ਲਓ ਜੀ, ਇਹ ਸਿੱਧੇ ਕੱਟਦਾ 18 × 18, 18 × 18, 18 0 0 10 डिग्री आ गया। सो x आ गया 10। सो 10 1 एंगल इज इक्वल टू 5x, 5x हैगा इज इक्वल टू 5 × 10 क्योंकि x 10 हैगा। सो 5 × 10 50। सो एक एंगल ते आ गया बच्चों 50 डिग्री। ठीक है जी। एंड दी अदर एंगल 13x। सो 13x लिख लिया। x कितना है? 10। सो 13 × 10, 13 × 10 हो जाएगा 130 डिग्री। 130 डिग्री हम जोड़ के भी देख लो। 50 जमा 130 कितना होता है? 50 जमा 30 130 180। ਇਹ ਦੇਖੋ 180 ਆ ਗਿਆ ਨਾ। ਸੋ ਸਾਡਾ ਸਵਾਲ ਠੀਕ ਹੈ, ਕਿਉਂਕਿ ਜਿਹੜੇ ਅਸੀਂ ਦੋਨਾਂ ਨੂੰ ਜੋੜ ਕੇ ਦੇਖਦੇ ਹਾਂ ਸਾਡਾ ਜੋੜ 180 ਡਿਗਰੀ ਆ ਰਿਹਾ। ਇਧਰੋਂ ਪਤਾ ਲੱਗਦਾ ਕਿ ਇਹ ਦੋਨੋਂ ਐਂਗਲ ਸਪਲੀਮੈਂਟਰੀ ਨੇ। ਠੀਕ ਹੈ ਬੱਚਿਓ। ਤੇ ਰੇਸ਼ੋ ਵੀ ਦੇਖ ਲਓ, ਇਹ 50 ਦਾ ਰੇਸ਼ੋ, ਇਹ 50 ਹੈ ਤੇ 130 ਹੈ, ਤੇ 0 0 ਕੱਢ ਗਿਆ ਤੇ 5 ਦਾ ਰੇਸ਼ੋ ਤੇ 13 ਦਾ ਰੇਸ਼ੋ, ਇਹ ਵੀ ਠੀਕ ਆ ਰਿਹਾ। ਇੱਦਾਂ ਵੀ ਚੈੱਕ ਕਰ ਸਕਦੇ ਹਾਂ। ਸੋ ਬੱਚਿਓ ਇਹ ਸਵਾਲ ਇੱਦਾਂ ਕਰਨੇ ਨੇ, ਇਹਨਾਂ ਨੂੰ ਆਪ ਕਰ ਲਿਓ। ਦੇਖੋ 5 ਔਰ 6 ਦੋਨੋਂ ਸਵਾਲ ਇੱਕੋ ਜਿਹੇ ਨੇ ਬਿਲਕੁਲ, ਸਿਰਫ ਰੇਸ਼ੋ ਦੀ ਫਿਗਰ ਦਾ ਫਰਕ ਹੈਗਾ। ਉੱਥੇ 4:5 ਸੀ, ਇੱਥੇ 5:13 ਹੈਗਾ। ਉੱਥੇ ਕੰਪਲੀਮੈਂਟਰੀ ਸੀ, ਇੱਥੇ ਸਪਲੀਮੈਂਟਰੀ ਹੈਗਾ। ਬਾਕੀ ਸਾਰੀ ਪ੍ਰੋਸੀਜਰ ਬਿਲਕੁਲ ਦੀ ਸੇਮ ਹੈ। ਸੋ ਇਹ ਸਾਰੇ ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਜ਼ਰੂਰ ਅਭਿਆਸ ਕਰਨਾ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀ ਐਕਸਰਸਾਈਜ਼ 5.1 ਦੇ ਪਹਿਲੇ 6 ਸਵਾਲ ਤੇ ਬਾਕੀ ਜਿਹੜੇ ਬਚਦੇ ਸਵਾਲ ਨੇ ਉਹ ਅਸੀਂ ਅਗਲੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ। ਤਦ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।